ਨਰਮੇ ਦੀ ਫਸਲ ਦੀ ਕਾਮਯਾਬ ਕਾਸ਼ਤ ਕੀੜੇ ਮਕੌੜਿਆਂ ਦੇ ਪ੍ਰਭਾਵਸ਼ਾਲੀ ਢੰਗ ਤਰੀਕੇ ਨਾਲ ਰੋਕਥਾਮ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦੀ ਹੈ। ਨਰਮੇ ਦੀ ਫਸਲ ਤੇ ਜਰਾ ਜਿੰਨੀ ਨਿਗਹਿਲੀ ਕੀੜੇ ਮਕੌੜੇ ਦੇ ਹਮਲੇ ਦਾ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ ਅਤੇ ਬਾਅਦ ਵਿੱਚ ਜਿਸ ਦੀ ਕਈ ਵਾਰੀ ਭਰਪਾਈ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ। ਇਸੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮੇ ਤੇ ਹਮਲਾ ਕਰਨ ਵਾਲੇ ਸਮੁੱਚੇ ਕੀੜਿਆਂ ਲਈ ਵੱਖ-ਵੱਖ ਸਿਫਾਰਸ਼ਾਂ ਸਾਡੇ ਲਈ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਬੇਹੱਦ ਸੰਜੀਦਾ ਅਤੇ ਵਿਗਿਆਨਿਕ ਤੌਰ ਤਰੀਕੇ ਰਾਹੀਂ ਅਪਣਾਉਣ ਦੀ ਲੋੜ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿੱਥੇ ਵੱਖ-ਵੱਖ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਲਈ ਵੱਖ-ਵੱਖ ਜ਼ਹਿਰਾਂ ਦੇ ਇਸਤੇਮਾਲ ਦੀ ਗੱਲ ਆਖੀ ਗਈ ਹੈ, ਉੱਥੇ ਨਾਲ ਹੀ ਅਜਿਹੇ ਗੈਰ ਰਸਾਇਣਿਕ ਢੰਗ ਤਰੀਕੇ ਵੀ ਸੁਝਾਏ ਗਏ ਨੇ ਜਿਨ੍ਹਾਂ ਨੂੰ ਅਪਣਾ ਕੇ ਹਾਨੀਕਾਰਕ ਕੀੜਿਆਂ ਦੇ ਹਮਲੇ ਤੋਂ ਫਸਲ ਨੂੰ ਬਚਾਇਆ ਜਾ ਸਕਦਾ ਹੈ। ਨਰਮਾ ਕਪਾਹ ਜਿਵੇਂ ਕਿ ਕਿਸਾਨ ਵੀਰੋ ਤੁਸੀਂ ਜਾਣਦੇ ਕਿ ਦੱਖਣ ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਵਪਾਰਕ ਫਸਲ ਹੈ। ਇਸ ਫਸਲ ਦੇ ਉੱਤੇ ਅਲੱਗ-ਅਲੱਗ ਸਮੇਂ 'ਤੇ ਬਿਜਾਈ ਤੋਂ ਲੈ ਕੇ ਚੁਗਾਈ ਤੱਕ ਵੱਖ-ਵੱਖ ਤਰ੍ਹਾਂ ਦੇ ਕੀੜੇ ਮਕੌੜਿਆਂ ਦਾ ਹਮਲਾ ਪਾਇਆ ਜਾਂਦਾ। ਉਹਨਾਂ ਵਿੱਚ ਦੋ ਪ੍ਰਮੁੱਖ ਕੈਟਾਗਰੀ ਦੇ ਪੈਸਟ ਨੇ, ਉਹਨਾਂ ਦੇ ਵਿਚਕਾਰ ਜਿਹੜੀ ਰਸ ਚੂਸਣ ਵਾਲੇ ਕੀੜੇ ਔਰ ਇੱਕ ਜਿਹੜੀ ਕਿ ਗੁਲਾਬੀ ਸੁੰਡੀ ਸੀ, ਉਹ ਸਾਡੇ ਖੇਤਾਂ ਦੇ 'ਚ ਉਹਦਾ ਹਮਲਾ ਪਾਇਆ ਜਾਂਦਾ ਹੈ। ਜਿੱਥੋਂ ਤੱਕ ਤਾਂ BT ਕਾਟਨ ਜਦੋਂ 2005 ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਉਹਦੀ ਕਾਸ਼ਤ ਸ਼ੁਰੂ ਕੀਤੀ, ਉਸ ਤੋਂ ਬਾਅਦ ਸੁੰਡੀਆਂ ਦੇ ਹਮਲੇ ਤੋਂ ਤਾਂ ਸਾਨੂੰ ਨਿਜਾਤ ਮਿਲ ਗਈ, ਪਰ ਹੌਲੀ-ਹੌਲੀ ਜਿਹੜੇ ਰਸ ਚੂਸਣ ਵਾਲੇ ਕੀੜੇ ਸੀ ਇਹਨਾਂ ਦੇ ਹਮਲੇ ਦੇ ਵਿੱਚ ਵਾਧਾ ਹੋਇਆ। ਰਸ ਚੂਸਣ ਵਾਲੇ ਕੀੜਿਆਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ 3-4 ਤਰ੍ਹਾਂ ਦੇ ਕੀੜੇ ਨੇ ਜਿਹੜੇ ਸਾਡੀ ਫਸਲ 'ਤੇ ਹਮਲਾ ਕਰਦੇ ਨੇ। ਉਹਨਾਂ ਦੇ ਵਿੱਚੋਂ ਜਿਹੜੀ ਚਿੱਟੀ ਮੱਖੀ, ਮਿਲੀਬੱਗ ਆ, ਭੂਰੀ ਜੌਂ ਆ, ਇਹ ਜਿਹੜੀ ਸਾਡੀ ਹਰਾ ਤੇਲਾ, ਇਹ ਸਾਡੀ ਫਸਲ ਦਾ ਜ਼ਿਆਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਨੇ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਜਿਹੜਾ ਮਾਲਵਾ ਪੱਟੀ ਦੇ ਜਿਹੜਾ ਮੁੱਖ ਕੀੜਾ ਮਕੌੜਾ ਜਿਹੜਾ ਹਮਲਾ ਕਰਦਾ ਸਾਡੇ ਨਰਮੇ ਪੱਟੀ ਦੇ 'ਚ, ਉਹ ਹੈਗਾ ਚਿੱਟੀ ਮੱਖੀ, ਜਿਹਨੂੰ ਅਸੀਂ ਬੱਗੇ ਮੱਛਰ ਨਾਲ ਵੀ ਕਹਿੰਦੇ ਆ, ਚਿੱਟੇ ਮੱਛਰ ਦੇ ਨਾਂ ਨਾਲ ਵੀ ਜਾਣਦੇ ਹੈਗੇ ਆ। ਚਿੱਟੀ ਮੱਖੀ 6 ਅਵਸਥਾਵਾਂ ਦੇ 'ਚੋਂ ਗੁਜ਼ਰਦੀ ਹੈਗੀ ਆ। ਉਹਨਾਂ ਦੇ ਵਿੱਚੋਂ ਅਸੀਂ ਆਂਡੇ ਦੇ ਵਿਚਕਾਰ ਜਿਹੜਾ ਕੋਈ ਬੱਚਾ ਨਿਕਲਦਾ ਹੈਗਾ, ਔਰ ਪਹਿਲੀ ਅਵਸਥਾ ਦਾ ਜਿਹੜਾ ਬੱਚਾ ਹੈਗਾ ਉਹ ਥੋੜ੍ਹਾ ਜਿਹਾ ਤੁਰਦਾ ਪੱਤੇ ਦੇ ਉੱਤੇ, ਪਰ ਉਸੇ ਪੱਤੇ 'ਤੇ ਰਹਿੰਦਾ ਹੈਗਾ, ਔਰ ਉੱਥੋਂ ਨਿਕਲ ਕੇ ਆਪਣਾ ਜਿਹੜੀ ਉਹਦੀ ਮੂੰਹ ਸਿਰਿੰਜ ਟਾਈਪ ਜਿਹੜਾ ਮੂੰਹ ਹੁੰਦਾ ਉਹ ਪੱਤੇ ਦੇ ਵਿੱਚ ਹੇਠਾਂ ਪਾਸੇ ਫਸਾ ਲੈਂਦਾ, ਔਰ ਉੱਥੋਂ ਫਿਰ ਰਸ ਚੂਸਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਜਿਹੜਾ ਕੀੜਾ ਦੂਜੀ ਅਵਸਥਾ ਦੇ ਵਿੱਚ ਜਿਹੜੇ ਪੀਲੇ ਰੰਗ ਦਾ ਟਿਮਕੜ ਉਹ ਵੱਡੇ ਸਾਈਜ਼ ਦੇ ਵਿੱਚ ਹੋ ਜਾਂਦਾ ਹੈਗਾ, ਔਰ ਉੱਥੋਂ ਰਸ ਚੂਸਦਾ ਰਹਿੰਦਾ। ਫਿਰ ਉਹ ਤੀਸਰੀ ਅਵਸਥਾ ਦੇ ਵਿੱਚ ਚਲੇ ਜਾਂਦਾ ਹੈਗਾ ਹੋਰ 2-3 ਦਿਨਾਂ ਬਾਅਦ, ਔਰ ਫਿਰ ਚੌਥੀ ਅਵਸਥਾ 'ਚ ਲਾਲ ਰੰਗ ਦੀ ਅੱਖ ਜਿਹੜੀ ਉਹਨੂੰ ਸਾਨੂੰ ਦਿਖਾਈ ਦਿੰਦੀ ਹੈਗੀ ਉਹਦੇ ਵਿਚਕਾਰ। ਔਰ ਇਹ ਜਿਹੜੇ ਬੱਚੇ ਨੇ ਉਸ ਤੋਂ ਬਾਅਦ ਜਦੋਂ 4 ਅਵਸਥਾਵਾਂ 'ਚ ਗੁਜ਼ਰ ਜਾਂਦਾ ਹੈਗਾ, ਅਤੇ ਉਸ ਤੋਂ ਬਾਅਦ ਜਿਹੜੀ ਲਾਸਟ ਸਟੇਜ ਹੈਗੀ ਉਹ ਬਾਲਗ ਬਣ ਕੇ ਉੱਡਦਾ ਹੈਗਾ। ਸੋ ਜ਼ਿਮੀਂਦਾਰ ਭਰਾਵਾਂ ਨੂੰ ਜ਼ਿਆਦਾਤਰ ਸਾਨੂੰ ਜਿਹੜੀ ਆ ਬਾਲਗ ਮੱਖੀ ਜਿਹੜੀ ਹੈਗੀ ਉਹੀ ਉੱਡਦੀ ਦਿਖਾਈ ਦਿੰਦੀ ਹੈਗੀ ਹੈ, ਪਰ ਉਸ ਤੋਂ ਪਹਿਲਾਂ ਜਿਹੜੇ ਉਹਦੇ ਬੱਚੇ ਨੇ, ਖਾਸ ਤੌਰ 'ਤੇ ਜਿਹੜੀ ਪਹਿਲੀ ਅਵਸਥਾ, ਦੂਜੀ ਅਵਸਥਾ, ਤੀਸਰੀ ਅਤੇ ਚੌਥੀ ਅਵਸਥਾ ਦੇ ਜਿਹੜੀ ਪੀਲੇ ਰੰਗ ਦੇ ਟਿਮਕਣੇ ਨੇ ਜਿਹੜੇ ਪੱਤੇ ਦੇ ਹੇਠਾਂ ਦਿਖਾਈ ਦਿੰਦੇ ਨੇ, ਇਹ ਵੀ ਸਾਡਾ ਪੱਤਿਆਂ ਦਾ ਜਿਹੜਾ ਰਸ ਚੂਸਦੇ ਨੇ। ਸੋ ਇਹ ਦੋਨੋਂ ਹੀ ਇਹਦੇ ਬੱਚੇ ਅਤੇ ਬਾਲਗ ਦੋਨੋਂ ਹੀ ਪੱਤਿਆਂ ਦਾ ਰਸ ਚੂਸਦੇ ਨੇ। ਅਤੇ ਰਸ ਚੂਸਣ ਕਰਕੇ ਕੀ ਹੁੰਦਾ ਹੈਗਾ ਕਿ ਇਹ ਜ਼ਿਆਦਾਤਰ ਕਿਉਂਕਿ ਇਹਨਾਂ ਨੇ ਪਾਣੀ ਜਿਹੜਾ ਚੂਸਣਾ ਹੈਗਾ ਪੱਤੇ ਦਾ, ਤਾਂ ਉਹਦੇ ਕਰਕੇ ਜਿਹੜਾ ਉਹਦਾ ਹਨੀ ਡਿਊ ਜਿਹੜਾ ਹੈਗਾ, ਮਲ ਮੂਤਰ ਜਿਹੜਾ ਹੈਗਾ ਉਹਨੂੰ ਤਿਆਗਦੇ ਨੇ ਕੀੜੇ। ਸੋ ਜਿਹੜਾ ਮਲ ਮੂਤਰ ਤਿਆਗਦੇ ਨੇ ਉਹ ਵੀ ਇੱਕ ਲਿਕੁਇਡ ਜਿਹੜਾ ਹੁੰਦਾ ਹੈਗਾ, ਪਾਣੀ ਦੀ ਤਰ੍ਹਾਂ ਤਰਲ ਪਦਾਰਥ, ਜਿੱਦਾਂ ਸਵੇਰੇ ਆਪਾਂ ਦੇਖਦੇ ਤਰੇਲ ਦੀਆਂ ਬੂੰਦਾਂ ਨੇ, ਉਸੇ ਤਰ੍ਹਾਂ ਦੀਆਂ ਪੱਤੇ ਦੇ ਉੱਤੇ ਉਹ ਗਿਰਦੀਆਂ ਨੇ। ਸੋ ਉਹਨਾਂ ਦੇ ਉੱਤੇ ਹਵਾ ਦੇ ਵਿੱਚ ਜਿਹੜੀ ਉੱਲੀ ਹੈ, ਜਿਹਨੂੰ ਸੂਟੀ ਮੋਲਡ ਕਹਿ ਦਿੰਦੇ ਆ, ਕਾਲੇ ਰੰਗ ਦੀ ਉੱਲੀ ਆ, ਉਹ ਤੇ ਬੈਠ ਜਾਂਦੀ ਹੈਗੀ ਆ, ਜਿਹਦੇ ਕਰਕੇ ਪੱਤਾ ਜਿਹੜਾ ਕਾਲਾ ਫਿਰਨਾ ਸ਼ੁਰੂ ਹੋ ਜਾਂਦਾ ਹੈਗਾ। ਔਰ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਹੈਗੀ ਆ ਉਹ ਉਹਦੇ 'ਚ ਖਤਮ ਹੋ ਜਾਂਦੀ ਹੈਗੀ ਆ। ਸੋ ਜੇ ਭੋਜਨ ਬਣਾਉਣ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਹੈਗੀ ਆ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜੇ ਪੱਤੇ ਦੇ ਵਿਚਕਾਰ ਜਿਹੜੀ ਆ ਨਵੀਆਂ ਸ਼ਾਖਾਵਾਂ ਨਿਕਲਣੀਆਂ ਨੇ, ਫੁੱਲ ਡੋਡੀ ਲੱਗਣੀ ਆ, ਟਿੰਡੇ ਲੱਗਣੇ ਨੇ, ਉਹ ਜਿਹੜੇ ਘਟਣੇ ਸ਼ੁਰੂ ਹੋ ਜਾਂਦੇ ਨੇ। ਸੋ ਸਾਡੀ ਉਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈਗਾ। ਸੋ ਇੱਥੇ ਇੱਕ ਗੌਰ ਰੱਖਣ ਦੀ ਜ਼ਿਕਰਯੋਗ ਗੱਲ ਇਹ ਹੈਗੀ ਹੈ ਕਿ ਬੱਚੇ ਅਤੇ ਬਾਲਗ ਦੋਨੋਂ ਹੀ ਫਸਲ ਦਾ ਨੁਕਸਾਨ ਕਰਾਉਂਦੇ ਨੇ। ਅਸੀਂ ਸਿਰਫ ਜਿਹੜਾ ਬਾਲਗ ਹੈਗਾ, ਚਿੱਟਾ ਮੱਛਰ ਉੱਡਦਾ ਹੈਗਾ, ਅਸੀਂ ਉਹਦੇ ਮਗਰ ਹੀ ਭੱਜ ਰਹੇ ਹੈਗੇ ਆ, ਜਦ ਕਿ ਜਿਹੜਾ ਸਾਡਾ ਚਿੰਤਾ ਦਾ ਵਿਸ਼ਾ ਜਿਹੜੇ ਉਹਦੇ ਬੱਚੇ ਨੇ ਉਹ ਉਸ ਤੋਂ ਵੀ ਜ਼ਿਆਦਾ ਜਿਹੜਾ ਸਾਡਾ ਫਸਲ ਦਾ ਨੁਕਸਾਨ ਪਹੁੰਚਾ ਸਕਦੇ ਨੇ, ਪਰ ਕਿਉਂਕਿ ਸਾਨੂੰ ਜ਼ਿਆਦਾਤਰ ਉਹ ਦਿਖਾਈ ਨਹੀਂ ਦਿੰਦੇ ਹੈਗੇ। ਸੋ ਇਸ ਕਰਕੇ ਆਪਣੇ ਖੇਤਾਂ ਦਾ ਜਿਹੜਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈਗਾ। ਨਿਰੀਖਣ ਦੇ ਦੌਰਾਨ ਸਾਨੂੰ ਦੇਖਣਾ ਚਾਹੀਦਾ ਹੈਗਾ ਕਿ ਉਹਦੇ 'ਚ ਬੱਚਿਆਂ ਦੀ ਭਰਮਾਰ ਜ਼ਿਆਦਾ ਹੈਗੀ ਆ ਕਿ ਜਾਂ ਬਾਲਗ ਦੀ ਹੈਗੀ ਆ। ਸੋ ਆਫਕੋਰਸ ਸ਼ੁਰੂ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਜਿਹੜਾ ਚਿੱਟਾ ਮੱਛਰ ਦਾ ਬਾਲਗ ਹੈਗਾ, ਇਹ ਸਵੇਰ ਵੇਲੇ ਜੇ ਦੇਖੋ ਤਾਂ ਪੱਤੇ ਦੀ ਉੱਪਰਲੀ ਛਤਰੀ ਦੇ ਉੱਤੇ ਦਿਖਾਈ ਦਿੰਦਾ। ਜ਼ਿਮੀਂਦਾਰ ਭਰਾ ਜਾਣਦੇ ਤੁਸੀਂ ਸਾਰੇ ਕਿ ਨਰਮੇ ਦੇ ਉੱਤੇ 3 ਛਤਰੀਆਂ ਹੁੰਦੀਆਂ ਨੇ, ਇੱਕ ਉੱਪਰਲੀ ਛਤਰੀ ਹੈ, ਇੱਕ ਵਿਚਕਾਰਲੀ ਛਤਰੀ ਹੈ ਅਤੇ ਇੱਕ ਥੱਲੜੀ ਛਤਰੀ ਹੈ। ਜਿਹੜੇ ਚਿੱਟੇ ਮੱਛਰ ਦਾ ਬਾਲਗ ਹੈ ਇਹ ਸਵੇਰ ਵੇਲੇ 5-6 ਵਜੇ ਨਾਲ ਦੇਖੋਗੇ 8 ਵਜੇ ਤੱਕ ਇਹ ਜ਼ਿਆਦਾਤਰ ਉੱਪਰਲੀ ਛਤਰੀ 'ਤੇ ਦਿਖਾਈ ਦਿੰਦਾ ਹੈਗਾ, ਔਰ ਉੱਥੇ ਜਿਹੜਾ ਇਹ ਆਂਡੇ ਦਿੰਦਾ ਹੈਗਾ ਉੱਪਰ ਆ ਕੇ।
ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਨਰਮੇ ਦੀ ਛਤਰੀ ਜਿਹੜੀ ਹੈਗੀ ਹਫਤੇ 10 ਦਿਨ ਦੇ ਵਿਚਕਾਰ ਜਿਹੜੀ ਉੱਪਰਲੀ ਛਤਰੀ ਸੀ ਉਹ ਵਿਚਕਾਰ ਹੋ ਜਾਂਦੀ ਹੈ ਔਰ ਵਿਚਕਾਰਲੀ ਥਲੜੀ ਹੋ ਜਾਂਦੀ ਹੈਗੀ ਆ। ਸੋ ਅਗਲੇ ਜਿਹੜੇ ਲਾਈਫ ਸਾਈਕਲ 'ਚ ਆਪਾਂ ਜੀਵਨ ਚੱਕਰ 'ਚ ਦੇਖੀਏ ਤਾਂ ਜਿਹੜੇ ਉਹਦੇ ਬੱਚੇ ਨੇ ਉਹ ਅਗਲੇ 10-12 ਦਿਨ ਉਹਨਾਂ ਨੇ ਉੱਥੇ ਰਸ ਚੂਸਣਾ ਹੈਗਾ। ਸੋ ਉਹ ਜਿਹੜੀ ਵਿਚਕਾਰਲੀ ਅਵਸਥਾ 'ਚ ਚਲੇ ਜਾਂਦੇ ਨੇ। ਸੋ ਉੱਥੋਂ ਜਿਹੜਾ ਹੈਗਾ ਸਾਨੂੰ ਕਿ ਬਾਅਦ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰਨ ਤੋਂ ਬਾਅਦ ਬਾਲਗ ਜਿਹੜੇ ਫਿਰ ਉਹਨਾਂ 'ਚੋਂ ਨਿਕਲਦੇ ਨੇ। ਸੋ ਸਾਨੂੰ ਉਹੀ ਦਿਖਾਈ ਦਿੰਦਾ ਹੈਗਾ। ਸੋ ਇੱਥੇ ਦੇਖਣ ਦੀ ਲੋੜ ਹੈ ਵੀ ਸਵੇਰ ਵੇਲੇ ਦੇ ਸਮੇਂ ਦੇ ਉੱਤੇ ਸਾਨੂੰ ਬਾਲਗ ਜ਼ਿਆਦਾਤਰ ਉੱਪਰਲੀ ਛਤਰੀ ਦੇ ਦਿਖਾਈ ਦਿੰਦੇ ਨੇ, ਪਰ ਉਹਦੇ ਜਿਹੜੇ ਆਂਡੇ ਆ ਜਾਂ ਖਾਸ ਤੌਰ 'ਤੇ ਜਿਹੜੇ ਬੱਚੇ ਨੇ ਜਿਹੜੀ ਫਸਲ ਦਾ ਸਾਡਾ ਨੁਕਸਾਨ ਕਰਦੇ ਨੇ ਉਹ ਸਾਨੂੰ ਵਿਚਕਾਰਲੀ ਜਾਂ ਥਲੜੀ ਛਤਰੀ ਦੇ ਉੱਤੇ ਜ਼ਿਆਦਾ ਦਿਖਾਈ ਦਿੰਦੇ ਨੇ। ਸੋ ਇਹਦਾ ਮਤਲਬ ਸਪਰੇਅ ਕਰਨ ਲੱਗਿਆ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਜੇ ਸਾਡੇ ਖੇਤ ਦੇ ਵਿਚਕਾਰ ਇਕੱਲੇ ਬਾਲਗੀ ਮੱਛਰ ਜ਼ਿਆਦਾ ਹੈਗਾ ਤਾਂ ਫਿਰ ਤਾਂ ਉੱਪਰਲੀ ਜਾਂ ਵਿਚਕਾਰਲੀ ਛਤਰੀ ਦੀ ਸਪਰੇਅ ਕਰਕੇ ਸਾਡਾ ਕਾਬੂ ਕਰ ਸਕਦੇ ਹੈਗੇ ਆ। ਪਰ ਜੇ ਸਾਡੇ ਬੱਚੇ ਵਗੈਰਾ ਦੀ ਗਿਣਤੀ ਜ਼ਿਆਦਾ ਹੈਗੀ ਆ ਔਰ ਪੱਤਿਆਂ ਦੇ ਉੱਤੇ ਤਰੇਲ ਵਰਗੀਆਂ ਬੂੰਦਾਂ ਪਈਆਂ ਨੇ ਜਾਂ ਪੱਤੇ ਦੀ ਇੱਥੋਂ ਅਸੀਂ ਪਛਾਣ ਸਕਦੇ ਕਿ ਪੱਤੇ ਕਾਲੇ ਫਿਰਨੇ ਸ਼ੁਰੂ ਹੋ ਗਏ ਨੇ। ਸੋ ਉਸ ਅਵਸਥਾ ਵਿੱਚ ਸਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਹਰੇਕ ਬੂਟੇ ਨੂੰ ਚੰਗੀ ਤਰ੍ਹਾਂ ਜਿਹੜੀ ਸਪਰੇਅ ਕਰਨੀ ਚਾਹੀਦੀ ਹੈਗੀ ਹੈ ਤਾਂ ਕਿ ਇਸ ਨੂੰ ਰੋਕਿਆ ਜਾ ਸਕੇ। ਤਾਂ ਜੇ ਸ਼ੁਰੂ ਦੇ ਵਿੱਚ ਸਾਨੂੰ ਪ੍ਰਤੀ ਪੱਤਾ ਜਿਹੜਾ ਹੈਗਾ ਚਿੱਟਾ ਮੱਛਰ ਜਿਹੜਾ ਬਾਲਗ ਜਿਹੜਾ ਉਹ ਸਾਨੂੰ ਜੇ 4 ਤੱਕ ਦਿਖਾਈ ਦਿੰਦਾ ਹੈਗਾ, 3 ਜਾਂ 4 ਚਿੱਟੀ ਮੱਖੀ ਪ੍ਰਤੀ ਪੱਤਾ ਐਵਰੇਜ ਸਾਡੀ ਸਵੇਰੇ ਆਉਂਦੀ। ਸਵੇਰ ਵੇਲੇ ਆਪਾਂ 10 ਵਜੇ ਤੋਂ ਪਹਿਲਾਂ ਰਿਕਾਰਡ ਕਰਨਾ ਹੈਗਾ। ਸੋ ਜੇ ਸਾਨੂੰ ਪ੍ਰਤੀ ਪੱਤਾ ਇਹੋ ਜਿਹੀ ਔਸਤ ਨਜ਼ਰ ਆਵੇ ਤਾਂ ਸਾਨੂੰ ਸ਼ੁਰੂਆਤੀ ਅਵਸਥਾ 'ਚ ਅਸੀਂ ਨਿੰਮ ਆਧਾਰਿਤ ਜਿਹੜੇ ਕੀਟਨਾਸ਼ਕ ਨੇ ਉਹ ਜਿੱਦਾਂ ਨਿੰਬਿਸਡੇਨ ਹੈ, ਅਚੂਕ ਹੈਗੀ ਆ, ਉਹ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਸਪਰੇਅ ਕਰਕੇ ਉਹਦੀ ਰੋਕਥਾਮ ਕਰ ਸਕਦੇ ਹੈਗੇ ਆ। ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਆਪਾਂ ਘਰ ਦਾ ਬਣਾਇਆ ਨਿੰਮ ਦਾ ਘੋਲ ਆ ਉਹਦੀ ਵਰਤੋਂ ਕਰ ਸਕਦੇ ਆ। ਜੇ ਘਰ ਦਾ ਨਿੰਮ ਦਾ ਘੋਲ ਬਣਾਉਣਾ ਹੈਗਾ ਤਾਂ ਉਹ ਕਦੋਂ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ, ਉਹਦੇ ਵਾਸਤੇ ਅਸੀਂ 4 ਕਿਲੋ ਨਿੰਮ ਦੀਆਂ ਨਮੋਲੀਆਂ ਜਾਂ ਗਟੋਲੀਆਂ ਲੈਣੀਆਂ ਨੇ ਹਰੇ ਪੱਤਿਆਂ ਦੇ ਨਾਲ ਔਰ ਉਹਨੂੰ 10 ਲੀਟਰ ਪਾਣੀ 'ਚ ਬੋਇਲ ਕਰਨਾ ਹੈਗਾ। ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜੇ ਉਹਨੂੰ ਅੱਧਾ ਘੰਟਾ ਅਸੀਂ ਉਬਾਲਣਾ ਹੈਗਾ। ਇਸ ਘੋਲ 'ਚ ਜਿਹੜਾ 10 ਲੀਟਰ ਪਾਣੀ 'ਚ ਅਸੀਂ ਘੋਲਿਆ ਸੀ 4 ਕਿਲੋ ਦਾ ਘੋਲ, ਇਹ ਤਕਰੀਬਨ 4-5 ਲੀਟਰ ਜਿਹੜਾ ਹੈਗਾ ਨਾ ਉਬਲਣ ਤੋਂ ਬਾਅਦ ਰਹਿ ਜਾਣਾ ਹੈਗਾ। ਉਹਨੂੰ ਅਸੀਂ 1.25 ਲੀਟਰ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 100 ਲੀਟਰ ਪਾਣੀ 'ਚ ਪਾ ਕੇ ਉਹਦੀ ਸਪਰੇਅ ਕਰ ਸਕਦੇ ਆ। ਪਰ ਨਿੰਮ ਆਧਾਰਿਤ ਕੀਟਨਾਸ਼ਕ ਸਿਰਫ ਉਦੋਂ ਹੀ ਕਰਨੇ ਨੇ ਜਦੋਂ ਸਾਡੀ ਜਨਸੰਖਿਆ ਜਿਹੜੀ ਹੈਗੀ ਆ ਚਿੱਟੀ ਮੱਖੀ ਦੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 4-5 ਤੱਕ ਹੀ ਪਾਪੂਲੇਸ਼ਨ ਜਨਸੰਖਿਆ ਹੈਗੀ ਆ, ਉਦੋਂ ਹੀ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਪਰ ਜੇਕਰ ਉਹਦੀ ਜਨਸੰਖਿਆ ਜਿਹੜੀ ਹੈਗੀ ਜ਼ਿਆਦਾ ਹੋ ਜਾਂਦੀ ਹੈ, ਜਿਹਨੂੰ ETL ਅਸੀਂ ਕਹਿ ਦਿੰਦੇ ਹਾਂ, ਆਰਥਿਕ ਆਕਾਰ ਜਿਹੜਾ ਹੈਗਾ 6 ਚਿੱਟੀ ਮੱਖੀਆਂ ਪ੍ਰਤੀ ਪੱਤਾ ਵੱਧ ਜਾਂਦਾ ਹੈਗਾ, ਤਾਂ ਉਸ ਕੇਸ ਦੇ ਵਿਚਕਾਰ ਸਾਨੂੰ ਕੁਝ ਜਿਹੜੇ ਇਨਸੈਕਟੀਸਾਈਡ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ। ਉਹਨਾਂ ਦੇ ਵਿਚਕਾਰ ਜਿਹੜੀ ਹੈਗੀ ਆ ਈਥੀਓ ਨਾਂ ਦੀ ਦਵਾਈ ਆਉਂਦੀ ਹੈਗੀ ਹੈ, ਜਿਹੜੀ ਹੈਗੀ ਹੈ 50 ਤਾਕਤ ਵਾਲੀ ਦਵਾਈ ਆ, ਉਹ ਸਾਡੀ 800 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਨੂੰ ਦੂਸਰੀ ਦਵਾਈ ਆਉਂਦੀ ਹੈਗੀ ਆ, ਉਹਦੇ ਵਿੱਚ ਸਫੀਨਾ ਦੇ ਨਾਂ ਦੇ ਉੱਤੇ ਆਉਂਦੀ ਹੈਗੀ ਆ, ਉਹ ਜਿਹੜੀ ਹੈਗੀ ਆ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਰੋਕਥਾਮ ਕਰ ਸਕਦੇ ਆ। ਇਸ ਤੋਂ ਇਲਾਵਾ ਸਾਡੀ ਜਿਹੜੀ ਹੁੰਦੀ ਹੈ ਵੀ ਉਲਾਲਾ ਜਾਂ ਓਸ਼ੀਨ ਨਾਂ ਦੀ ਦਵਾਈ ਆਉਂਦੀ ਹੈਗੀ ਆ, ਇਹਦੀ ਵਰਤੋਂ ਵੀ ਜਿਹੜੀ ਹੈ ਜੇ ਉਲਾਲਾ ਨਾਂ ਦੀ ਦਵਾਈ ਸਪਰੇਅ ਕਰਨੀ ਹੈਗੀ ਆ ਸਾਨੂੰ ਤਾਂ ਉਹਦੇ 'ਚ ਤਕਰੀਬਨ ਆਪਾਂ ਨੂੰ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜੇ ਓਸ਼ੀਨ ਦਵਾਈ ਵਰਤਦੇ ਹੈਗੇ ਤਾਂ 60 ਗ੍ਰਾਮ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਇਹਦੀ ਰੋਕਥਾਮ ਕਰ ਸਕਦੇ ਹਾਂ। ਇੱਥੇ ਇੱਕ ਅਹਿਮ ਗੱਲ ਆ ਜਾਂਦੀ ਹੈਗੀ ਵੀ ਆਪਾਂ ਸਪਰੇਅ ਕਦੋਂ ਕਰਨੀ ਹੈ, ਕਿਉਂਕਿ ਅਕਸਰ ਜ਼ਿਮੀਂਦਾਰਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈਗੀ ਕਿਸਾਨ ਭਰਾਵਾਂ ਦੇ ਕਿ ਆਪਾਂ ਸਪਰੇਅ ਕਦੋਂ ਕਰਨੀ ਚਾਹੀਦੀ ਹੈ, ਸਵੇਰ ਵੇਲੇ ਕਰਨੀ ਚਾਹੀਦੀ ਹੈ ਜਾਂ ਸ਼ਾਮ ਵੇਲੇ ਕਰਨੀ ਚਾਹੀਦੀ ਆ। ਸੋ ਇੱਥੇ ਜ਼ਿਕਰਯੋਗ ਹੈਗਾ ਕਿ ਆਪਾਂ ਨੂੰ ਖੇਤ ਦਾ ਦੇਖਣਾ ਹੈਗਾ ਕਿ ਖੇਤ 'ਚ ਸਾਡੇ ਜੇ ਸਵੇਰ ਵੇਲੇ ਆਪਾਂ ਜਾ ਕੇ ਖੇਤ ਨੂੰ ਦੇਖੀਏ, ਜੇ ਤਾਂ ਤਰੇਲ ਵਗੈਰਾ ਨਹੀਂ ਪਈ ਆ ਤਾਂ ਚਿੱਟੀ ਮੱਖੀ ਦੀ ਰੋਕਥਾਮ ਵਾਸਤੇ ਆਪਾਂ ਸਵੇਰੇ ਸਪਰੇਅ ਕਰੀਏ ਤਾਂ ਜ਼ਿਆਦਾ ਉਹਦਾ ਵਧੀਆ ਕਾਬੂ ਕੀਤਾ ਜਾ ਸਕਦਾ। ਸਵੇਰੇ 8-9 ਵਜੇ ਤੋਂ ਪਹਿਲਾਂ ਆਪਾਂ ਸਪਰੇਅ ਕਰ ਦਈਏ। ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਜਿੱਥੇ ਸਹੀ ਸਿਫਾਰਸ਼ੁਦਾ ਜ਼ਹਿਰ ਦੇ ਇਸਤੇਮਾਲ ਕਰਨ ਤੋਂ ਪਹਿਲਾਂ ਢੁਕਵੀਂ ਜ਼ਹਿਰ ਦੀ ਚੋਣ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਉੱਥੇ ਜ਼ਹਿਰ ਦੇ ਸਪਰੇਅ ਲਈ ਸਹੀ ਤਕਨੀਕ ਅਤੇ ਸਪਰੇਅ ਕਰਨ ਦਾ ਸਹੀ ਵੇਲਾ ਵੀ ਬੇहद ਮਹੱਤਵਪੂਰਨ ਹੁੰਦਾ ਹੈ। ਖੇਤੀਬਾੜੀ ਮਾਹਿਰਾਂ ਦੀ ਰਾਏ ਅਨੁਸਾਰ ਜਦੋਂ ਸਹੀ ਦਵਾਈ ਦੀ ਖਰੀਦ ਭਰੋਸੇਯੋਗ ਥਾਂ ਤੋਂ ਕਰਦੇ ਹੋਏ ਅਤੇ ਦਵਾਈ ਦਾ ਬਿੱਲ ਪ੍ਰਾਪਤ ਕਰਨ ਉਪਰੰਤ ਜਦੋਂ ਸਹੀ ਤਕਨੀਕ ਨੂੰ ਵਰਤਿਆ ਜਾਂਦਾ ਹੈ ਤਾਂ ਹੀ ਕੀੜੇ ਮਕੌੜੇ ਦੀ ਸਹੀ ਰੋਕਥਾਮ ਹੁੰਦੀ ਹੈ। ਕਿਸਾਨਾਂ ਨੂੰ ਇਸ ਬੇहद ਮਹੱਤਵਪੂਰਨ ਵਿਸ਼ੇ ਬਾਰੇ ਅਗਾਊਂ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਹੀ ਦਵਾਈ ਦੀ ਖਰੀਦ ਅਤੇ ਸਪਰੇਅ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਦੂਸਰਾ ਸਾਡਾ ਨਰਮੇ ਕਪਾਹ ਦੇ ਉੱਤੇ ਜਿਹੜਾ ਪ੍ਰਮੁੱਖ ਰਸ ਚੂਸਣ ਵਾਲੇ ਕੀੜਿਆਂ ਦੇ 'ਚ ਆਉਂਦਾ ਕੀੜਾ ਹੈਗਾ ਉਹ ਹੈਗਾ ਹਰਾ ਤੇਲਾ। ਸੋ ਹਰਾ ਤੇਲਾ ਵੀ ਜਿਹੜਾ ਹੈਗਾ ਆਪਾਂ ਦੇਖਦੇ ਉਹਦੇ ਬੱਚੇ ਤੇ ਬਾਲਗ ਚਿੱਟੀ ਮੱਖੀ ਦੀ ਤਰ੍ਹਾਂ ਦੋਨੋਂ ਹੀ ਫਸਲ ਦਾ ਨੁਕਸਾਨ ਕਰਦੇ ਨੇ, ਅਤੇ ਨੁਕਸਾਨ ਦੇ ਨਾਲ ਕੀ ਹੁੰਦਾ ਹੈਗਾ ਕਿ ਇਹਨਾਂ ਨੇ ਰਸ ਚੂਸਣਾ। ਸੋ ਰਸ ਚੂਸਣ ਕਰਕੇ ਕੀ ਹੋਣਾ ਹੈਗਾ, ਜਦੋਂ ਪੱਤੇ ਦਾ ਰਸ ਚੂਸਿਆ ਤੇ ਪੱਤੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਣੇ ਨੇ, ਅਤੇ ਕੰਨੀਆਂ ਤੋਂ ਜਦੋਂ ਪੀਲੇ ਪੈ ਕੇ ਤੇ ਫਿਰ ਥੱਲੇ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਨੇ। ਅਤੇ ਇਹ ਇੱਕ ਨਿਸ਼ਾਨੀ ਹੁੰਦੀ ਹੈਗੀ ਹੈ ਜਦੋਂ ਆਪਾਂ ਸਪਰੇਅ ਕਦੋਂ ਕਰਨੀ ਹੈਗੀ ਆ।
ਹਰੇ ਤੇਲੇ ਵਾਸਤੇ ਇਹ ਤਕਰੀਬਨ ਜਦੋਂ ਇਹਨੂੰ ਗਰਮ ਤੇ ਸਿੱਲਾ ਮੌਸਮ ਚਾਹੀਦਾ, ਔਰ ਗਰਮ ਤੇ ਸਿੱਲਾ ਮੌਸਮ ਕਦੋਂ ਹੋਣਾ ਹੈਗਾ? ਜਦੋਂ ਤੁਹਾਡੀਆਂ ਬਰਸਾਤਾਂ ਪੈਣੀਆਂ ਸ਼ੁਰੂ ਹੋਣੀਆਂ, ਜਦੋਂ ਸਾਡਾ ਝੋਨਾ ਲੱਗ ਜਾਣਾ ਹੈਗਾ, ਤੇ ਉਦੋਂ ਹਵਾ ਦੇ ਵਿੱਚ ਨਮੀ ਆ ਜਾਣੀ ਹੈ, ਤੇ ਉਹਦੇ ਕਰਕੇ ਸਿੱਲਾ ਮੌਸਮ ਹੋ ਜਾਂਦਾ ਹੈਗਾ, ਔਰ ਉਹਦੇ ਦੌਰਾਨ ਇਹ ਜਿਹੜਾ ਹਰੇ ਤੇਲੇ ਦਾ ਹਮਲਾ ਹੀ ਵੱਧਦਾ ਹੈਗਾ। ਸੋ ਜੁਲਾਈ ਮਹੀਨਾ ਜਿਹੜਾ ਅਗਲੇ ਤੋਂ ਅਗਲਾ ਮਹੀਨਾ ਜਿਹੜਾ ਉਹ ਸਾਡੇ ਲਈ ਜ਼ਿਆਦਾ ਕਰੂਸ਼ੀਅਲ ਹੁੰਦਾ ਹੈਗਾ ਹਰੇ ਤੇਲੇ ਦੀ ਰੋਕਥਾਮ ਵਾਸਤੇ। ਸੋ ਇੱਕ ਅੱਧੀ ਸਪਰੇਅ ਦੇ ਨਾਲ ਹੀ ਇਹਨੂੰ ਕਾਬੂ ਕੀਤਾ ਜਾ ਸਕਦਾ ਹੈਗਾ। ਸੋ ਪ੍ਰੋਵਾਈਡਡ ਸਾਨੂੰ ਦੇਖਦੇ ਰਹਿਣਾ ਚਾਹੀਦਾ ਹੈਗਾ। ਜੇ ਪੱਤੇ ਦੀਆਂ ਕੰਨੀਆਂ ਆਪਾਂ ਨੂੰ ਤਕਰੀਬਨ ਅੰਦਾਜ਼ੇ ਨਾਲ ਖੇਤ ਦੇ ਵਿੱਚ ਆਪਾਂ ਲੰਘਦੇ ਹੋਏ ਦੇਖੀਏ 100 ਬੂਟੇ, ਜੇ 100 ਦੇ ਵਿੱਚੋਂ 50 ਬੂਟੇ ਦੇ ਪੱਤੇ ਕੰਨੀਆਂ ਤੋਂ ਪੀਲੇ ਪੈ ਕੇ ਮੁੜਨੇ ਸ਼ੁਰੂ ਹੋ ਗਏ ਨੇ, ਇਹ ਇੱਕ ਰਾਈਟ ਸਟੇਜ, ਇੱਕ ਨਿਸ਼ਾਨੀ ਹੈਗੀ ਆ ਬਿਨਾਂ ਬੂਟੇ ਨੂੰ ਦੇਖੇ ਵੀ ਕਿ ਉਹਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਸਪਰੇਅ ਕਰਨੀ ਹੈਗੀ ਆ। ਸੋ ਉਹਦੇ ਵਾਸਤੇ ਸਪਰੇਅ ਦੀ ਪਹਿਲ ਦੇ ਆਧਾਰ ਤੇ ਕਿਹੜੀਆਂ ਦਵਾਈਆਂ ਕਰਨੀਆਂ ਨੇ, ਕਿਉਂਕਿ ਇਹ ਕੀੜਾ ਬੜੀ ਆਸਾਨੀ ਨਾਲ ਸਪਰੇਅ ਕਰਦੇ ਆ ਤਾਂ ਕਾਬੂ 'ਚ ਆ ਜਾਂਦਾ ਹੈਗਾ, ਕਿਉਂਕਿ ਇਹਦੇ ਬੱਚੇ ਜਾਂ ਬਾਲਗ ਦੋਨੋਂ ਤੁਰਦੇ ਫਿਰਦੇ ਨੇ ਚਿੱਟੀ ਮੱਖੀ ਦੇ ਮੁਤੱਸਰ। ਸੋ ਉਹਨਾਂ ਨੂੰ ਕਿਉਂਕਿ ਉੱਪਰਲੀ ਛਤਰੀ ਦੇ ਉੱਤੇ ਆ ਜਾਂਦੇ ਨੇ ਜ਼ਿਆਦਾਤਰ ਕੀੜੇ ਮਕੌੜੇ, ਤੇ ਉਹਨਾਂ ਨੂੰ ਕਾਬੂ ਕਰਨਾ ਓਨਾ ਹੀ ਸੌਖਾ ਹੁੰਦਾ ਹੈਗਾ। ਸੋ ਇਹਦੇ ਵਾਸਤੇ ਜਿਹੜੀ ਅੱਗੇ ਮੈਂ ਪਹਿਲਾਂ ਦੱਸੀ ਹੈਗੀ ਉਲਾਲਾ ਜਾਂ ਓਸ਼ੀਨ, ਉਲਾਲਾ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਓਸ਼ੀਨ ਆਉਂਦੀ ਹੈ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 125 ਤੋਂ ਲੈ ਕੇ 150 ਲੀਟਰ ਪਾਣੀ 'ਚ ਘੋਲ ਕੇ ਆਪਾਂ ਉਹਦੀ ਸਪਰੇਅ ਕਰ ਸਕਦੇ ਹੈਗੇ ਆ। ਔਰ ਦੂਸਰੀ ਜਿਹੜੀ ਹੈਗੀ ਆਪਣੇ 'ਚ ਕੀਫਨ ਨਾਂ ਦੀ ਵੀ ਆਉਂਦੀ ਇੱਕ ਦਵਾਈ ਜਿਹੜੀ ਹੈਗੀ ਆ, ਉਹ 300 ਮਿਲੀਲੀਟਰ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਰੋਕਥਾਮ ਕਰ ਸਕਦੇ ਆ। ਉਲਾਲਾ ਓਸ਼ੀਨ ਦਵਾਈ ਦੇ 'ਚ ਇੱਕ ਖਾਸੀਅਤ ਹੋਰ ਵੀ ਹੈਗੀ ਹੈ, ਇਹ 50-60% ਚਿੱਟੀ ਮੱਖੀ ਨੂੰ ਵੀ ਰੋਕਣ ਦੇ ਵਿੱਚ ਕਾਮਯਾਬ ਹੁੰਦੀ ਹੈ। ਸੋ ਜਿੱਥੇ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈਗੀ ਹੈ, ਸਾਨੂੰ ਕੋਈ ਇਹੋ ਜਿਹੀ ਵੀ ਹਰਾ ਤੇਲੇ ਦੀ ਪਾਪੂਲੇਸ਼ਨ ਜ਼ਿਆਦਾ ਹੈਗੀ ਤੇ ਨਾਲ ਥੋੜ੍ਹਾ ਬਹੁਤ ਚਿੱਟਾ ਮੱਛਰ ਆ, ਸੋ ਇਹ ਦੋ ਦਵਾਈਆਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਵਰਤ ਸਕਦੇ ਹੈਗੇ। ਕਈ ਵਾਰੀ ਜ਼ਿਮੀਂਦਾਰਾਂ ਦੇ ਇੱਕ ਸਵਾਲ ਆਉਂਦਾ ਜਾਂ ਦੂਜੇ ਨੂੰ ਹੈਗਾ ਕਿ ਆਪਾਂ ਜਿਹੜੀ ਦਵਾਈ ਆਪਾਂ ਕਹਿੰਦੇ ਪਾਣੀ ਕਿੰਨਾ ਕੁ ਲਾਉਣਾ ਹੈਗਾ ਖੇਤ ਦੇ ਵਿਚਕਾਰ। ਪਾਣੀ ਦਾ ਮੁਤੱਸਰ ਸਾਰਾ ਕਰਦਾ ਹੈਗਾ, ਤੇ ਨਾਰਮਲੀ ਅਸੀਂ ਕਹਿੰਦੇ 125 ਤੋਂ ਲੈ ਕੇ 150 ਲੀਟਰ ਹੈ, ਪਰ ਕਈ ਵਾਰੀ ਪੰਪ ਕਿਹੜੇ ਟਾਈਪ ਦਾ ਅਸੀਂ ਵਰਤਦੇ ਉਹਦੇ ਕਰਕੇ ਪਾਣੀ ਦੀ ਮਿਕਦਾਰ ਵੱਧ ਜਾਂ ਘੱਟ ਹੋ ਸਕਦੀ ਹੈ। ਜਿਹੜੀ ਜ਼ਹਿਰ ਦੀ ਮਾਤਰਾ ਤੁਹਾਨੂੰ ਦੱਸੀ ਹੈ ਇਹ ਸੇਮ ਹੀ ਰਹਿਣੀ ਹੈਗੀ ਹੈ, ਜਿੰਨੀ ਅਸੀਂ ਸਿਫਾਰਿਸ਼ ਕਰਦੇ ਹੈਗੇ ਉਨੀ ਰਹਿਣੀ ਹੈਗੀ ਪ੍ਰਤੀ ਏਕੜ ਦੇ ਹਿਸਾਬ ਨਾਲ, ਪਰ ਲੋੜ ਮੁਤਾਬਕ ਪਾਣੀ ਦੀ ਵਰਤੋਂ ਵੱਧ ਸਕਦੀ ਹੈ। ਜਦੋਂ ਕੱਦ ਉਹਦਾ ਵੱਡਾ ਹੋ ਜਾਂਦਾ 6 ਫੁੱਟ 7 ਫੁੱਟ ਨਰਮਾ ਹੋ ਜਾਂਦਾ ਤਾਂ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਵੱਧ ਜਾਂਦੀ ਹੈਗੀ ਹੈ। ਪਰ ਅਸੀਂ ਜਿਹੜੀ ਦਵਾਈ ਦੀ ਮਾਤਰਾ ਹੈ ਇਹ ਨਹੀਂ ਵਧਾਉਣੀ ਹੈ, ਅਸੀਂ ਓਨੀ ਹੀ ਕਰਨੀ ਹੈਗੀ, ਉਹ ਕਿੱਲੇ ਦੇ ਹਿਸਾਬ ਨਾਲ ਅਸੀਂ ਸਿਫਾਰਿਸ਼ ਕੀਤੀ ਹੈਗੀ ਹੈ। ਪਾਣੀ ਇੱਕ ਕੈਰੀਅਰ ਹੈਗਾ ਜਾਂ ਦੂਜੇ ਨੂੰ ਹੈਗਾ, ਸਾਨੂੰ ਸਪਰੇਅ ਕਰਨ ਲੱਗੇ ਇਹ ਧਿਆਨ ਰੱਖਣਾ ਚਾਹੀਦਾ ਪਾਣੀ ਇਸ ਹਿਸਾਬ ਨਾਲ ਸਪਰੇਅ ਕਰਨਾ ਹੈਗਾ ਕਿ ਪੱਤੇ ਦੇ ਉੱਤੇ ਰਹਿ ਜੇ ਪਾਣੀ। ਇਹੋ ਜਿਹੀ ਬਰੀਕ ਫੁਹਾਰੇ ਨਾਲ ਆਪਾਂ ਸਪਰੇਅ ਕਰਨੀ ਹੈਗੀ ਹੈ ਕਿ ਪੱਤੇ ਤੋਂ ਥੱਲੇ ਨਾ ਡੋਲੇ, ਕਿਉਂਕਿ ਜੇ ਥੱਲੇ ਡੋਲ ਜਾਂਦਾ ਕਿਉਂਕਿ ਇਹ ਤਾਂ ਸਾਰੀਆਂ ਦਵਾਈਆਂ ਦਾ ਅਸਰ ਪੱਤਿਆਂ ਨਾਲ ਹੀ ਹੋਣਾ, ਜ਼ਮੀਨ ਨਾਲ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਪੱਤੇ ਦੇ ਉੱਤੇ ਦਵਾਈ ਪੈ ਜੇ ਇੰਨਾ ਕੁ ਪਾਣੀ ਵਰਤਣਾ ਹੈਗਾ ਕਿ ਪੱਤੇ ਗਿੱਲੇ ਹੋ ਜਾਣ। ਔਰ ਸਪਰੇਅ ਕਰਨ ਲੱਗੇ ਖਾਸ ਤੌਰ ਤੇ ਧਿਆਨ, ਖਾਸ ਤੌਰ ਤੇ ਚਿੱਟੇ ਮੱਛਰ ਦੀ ਜਦੋਂ ਮੈਂ ਗੱਲ ਕਰਦਾ ਹੈਗਾ, ਸੋ ਉੱਥੇ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਵੀ ਸਪਰੇਅ ਕਰਨ ਲੱਗੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਪੱਤਿਆਂ ਤੇ ਦਵਾਈ ਪੈ ਜੇ, ਕਿਉਂਕਿ ਜਿੰਨੀਆਂ ਦਵਾਈਆਂ ਨੇ ਜੀ ਉੱਪਰਲੇ ਪੱਤੇ ਦੇ ਉੱਪਰਲੇ ਹਿੱਸੇ ਤੇ ਵੀ ਦਵਾਈ ਪੈ ਜਾਂਦੀ ਹੈਗੀ ਆ, ਤਾਂ ਇਹਦੇ 'ਚ ਇੱਕ ਟਰਾਂਸਲੈਮੀਨਰ ਇਫੈਕਟ ਹੁੰਦਾ ਹੈਗਾ ਕਿ ਉੱਤੇ ਵੀ ਪੈ ਜਾਂਦੀ ਹੈ ਤਾਂ ਥੱਲੇ ਵੀ ਦਵਾਈ ਪਹੁੰਚ ਜਾਂਦੀ ਹੈਗੀ ਪੱਤੇ ਦੇ ਹੇਠਲੇ ਪਾਸੇ, ਕਿਉਂਕਿ ਉੱਥੇ ਕੀੜਾ ਮਕੌੜਾ ਜਿਹੜਾ ਜ਼ਿਆਦਾਤਰ ਜਿਹੜਾ ਲੁਕਿਆ ਹੁੰਦਾ ਹੈਗਾ ਤੇ ਉੱਥੇ ਉਹ ਰਸ ਚੂਸਦਾ ਹੈਗਾ। ਪਰ ਇਸ ਕਰਕੇ ਸਾਨੂੰ ਜ਼ਰੂਰ ਹੈਗਾ ਵੀ ਜਿੰਨੇ ਪੱਤੇ ਨੇ, ਜੇ ਇੱਕ ਬੂਟੇ ਤੇ 60 ਜਾਂ 70 ਪੱਤੇ ਨੇ ਤਾਂ ਤਕਰੀਬਨ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਪੱਤਿਆਂ ਤੇ ਦਵਾਈ ਪੈ ਜੇ। ਤੀਸਰਾ ਕੀੜਾ ਜਿਹੜਾ ਪ੍ਰਮੁੱਖ ਹੈਗਾ ਉਹ ਭੂਰੀ ਜੂੰ ਦੇ ਨਾਲ ਆਪਾਂ ਜਾਣਦੇ ਹੈਗੇ। ਭੂਰੀ ਜੂੰ ਜਿਹੜੀ ਹੈਗੀ ਉਹ ਸਾਡੀ ਫਸਲ ਦਾ ਨੁਕਸਾਨ ਕਰਦੀ ਹੈਗੀ ਆ। ਸੋ ਇਹ ਕਿਵੇਂ ਕਰਦੀ ਹੈਗੀ ਨੁਕਸਾਨ? ਖਾਸ ਤੌਰ ਤੇ ਜਿੱਥੇ ਅਸੀਂ ਥੋੜ੍ਹਾ ਜਿਹਾ ਜਿੱਥੇ ਡਰਾਈ ਏਰੀਆ ਜ਼ਿਆਦਾ ਬੋਰ ਸਾਈਡ ਜਾਂ ਗੰਗਾਨਗਰ ਸਾਈਡ ਦੇ ਉੱਤੇ ਇਸ ਏਰੀਏ ਨਾਲ ਜਿੱਥੇ ਹੈਗਾ, ਜਿੱਥੇ ਕਿਸੇ ਨੇ ਸਰੋਂ ਦੇ ਮੁੱਢ 'ਚ ਅਗੇਤਾ ਬੀਜਿਆ ਹੈਗਾ, ਉੱਥੇ ਕਈ ਜਗ੍ਹਾ ਦੇ ਉੱਤੇ ਸਾਨੂੰ ਥਰਿੱਪ ਦੇ ਭੂਰੀ ਜੂੰ ਦੇ ਜਿਹੜੇ ਹਮਲੇ ਦੀਆਂ ਸ਼ਿਕਾਇਤਾਂ ਆਈਆਂ ਸੀ ਕੁਝ। ਸਭ ਤੋਂ ਪਹਿਲਾਂ ਤਾਂ ਇਹ ਰੱਖਣੀ ਜੀ ਵੀ ਇੱਕ ਪਹਿਲੇ ਮਹੀਨੇ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਸਪਰੇਅ ਵਗੈਰਾ ਦੀ ਰੋਕ ਨਹੀਂ ਕਰਨੀ ਚਾਹੀਦੀ ਹੈਗੀ ਆ। ਸੋ ਸਭ ਤੋਂ ਵਧੀਆ ਤਾਂ ਇਹ ਹੈ ਵੀ ਜੇ ਖੇਤ 'ਚ ਸਾਨੂੰ ਭੂਰੀ ਜੂੰ ਦਾ ਹਮਲਾ ਦਿਖਾਈ ਦਿੰਦਾ ਹੈਗਾ, ਸੋ ਉਹਦੇ 'ਚ ਸਾਡਾ ਆਰਥਿਕ ਆਗਾਰ ਅਸੀਂ ਦੱਸਦੇ ਹਾਂ ਕਿ ਜਿਹੜਾ ਹੈਗਾ 12 ਭੂਰੀਆਂ ਜੂਆਂ ਜਿਹੜੀਆਂ ਨੇ ਉਹ ਪ੍ਰਤੀ ਪੱਤਾ ਜੇ ਨਜ਼ਰ ਆਉਂਦੀਆਂ ਨੇ ਐਵਰੇਜ, ਤਾਂ ਹੀ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਸੋ ਪਹਿਲੇ ਮਹੀਨੇ 'ਚ ਸਾਨੂੰ ਗੁਰੇਜ਼ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੀ ਸਪਰੇਅ ਦੇ। ਜੇ ਉਹਦੇ 'ਚ ਭੂਰੀ ਜੂਨ ਜਾਂ ਥਰਿੱਪ ਦਾ ਹਮਲਾ ਹੁੰਦਾ ਹੈਗਾ ਤਾਂ ਆਪਾਂ ਨੂੰ ਖੇਤ ਨੂੰ ਇੱਕਦਮ ਜਾ ਕੇ ਤੁਰੰਤ ਪਾਣੀ ਦੇ ਦੇਣਾ ਚਾਹੀਦਾ। ਸੋ ਪਾਣੀ ਦੇ ਦੌਰਾਨ ਕੀ ਹੁੰਦਾ ਹੈਗਾ ਕਿ ਉਹਦੇ 'ਚ ਵਧੀਆ ਜਿਹੜੀ ਉਹਦੀ ਰੋਕਥਾਮ ਹੋ ਜਾਂਦੀ ਹੈਗੀ, ਕਿਉਂਕਿ ਉਹਦੇ ਜਿਹੜੇ ਉਹਦੇ ਬਚ ਨੇ ਜਾਂ ਦੂਜੇ ਨੂੰ ਹੈਗਾ ਉਹਦਾ ਪ੍ਰੀ ਪਿਊਪਾ ਹੁੰਦਾ, ਉਹ ਜ਼ਮੀਨ ਦੇ 'ਚ ਸਰਵਾਈਵ ਕਰਦਾ। ਤਾਂ 40-50% ਜਨਸੰਖਿਆ ਉੱਥੇ ਹੁੰਦੀ ਹੈਗੀ, ਇਹਦੇ ਪਾਣੀ ਦੇਣ ਨਾਲ ਉਹਦੀ ਮੋਰਟੈਲਿਟੀ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈਗੀ ਕੀੜੇ ਦੀ, ਅਤੇ ਉਹ ਬਾਲਗ ਨਿਕਲ ਕੇ ਨਹੀਂ ਆਉਂਦੇ ਅਤੇ ਉਹਦਾ ਆਪੇ ਜੀਵਨ ਚੱਕਰ ਦੇ 'ਚ ਪ੍ਰਭਾਵ ਪੈ ਜਾਂਦਾ ਹੈਗਾ। ਪਾਣੀ ਵਗੈਰਾ ਦੀ ਵੀ ਆਪਾਂ ਸਪਰੇਅ ਸਿੰਪਲ ਕਰ ਸਕਦੇ ਹੈਗੇ, ਉਹਦੇ ਨਾਲ ਵੀ ਕੀੜੇ ਮਕੌੜੇ ਦੀ ਵਧੀਆ ਰੋਕਥਾਮ ਕੀਤੀ ਜਾ ਸਕਦੀ ਹੈਗੀ ਹੈ। ਇਹ ਸੀਗੇ ਕੁਝ 3 ਜਿਹੜੇ ਪ੍ਰਮੁੱਖ ਕੀੜੇ ਮਕੌੜੇ ਸੀ, ਹਰਾ ਤੇਲਾ ਸੀ, ਭੂਰੀ ਜੂੰ ਸੀ, ਚਿੱਟੀ ਮੱਖੀ, ਜਿਹਦੇ ਬਾਰੇ ਮੈਂ ਗੱਲ ਕੀਤੀ ਹੈਗੀ ਹੈ। ਸੋ ਇਹ ਆਪਾਂ ਜੋ ਵੀ ਅਸੀਂ ਦਵਾਈਆਂ ਸਿਫਾਰਿਸ਼ ਕਰਦੇ ਜਾਂ ਦੂਜੇ ਨੇ ਹੈਗੀ ਉਹਨਾਂ ਨੂੰ ਆਪਾਂ ਨੇੜੇ ਦੇ ਕੋਈ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਹੈਗਾ, ਫਾਰਮ ਸਲਾਹ ਕੇਂਦਰ ਹੈਗਾ, ਖੇਤੀਬਾੜੀ ਤੁਹਾਡੇ ਕੋਲ ਮਹਿਕਮਾ ਹੈਗਾ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੈਗੀ ਆ, ਸੋ ਆਪਾਂ ਜ਼ਰੂਰ ਹੈਗਾ ਵੀ ਕੀੜੇ ਦੀ ਪ੍ਰੋਪਰ ਪਹਿਚਾਣ ਕਰੀਏ ਅਤੇ ਉਹਦੀ ਲੋੜ ਮੁਤਾਬਕ ਆਪਾਂ ਸਪਰੇਅ ਜਿਹੜੀ ਕਰੀਏ ਤਾਂ ਕਿ ਉਹਨੂੰ ਸਮੇਂ ਰਹਿੰਦੇ ਅਸੀਂ ਉਹਨੂੰ ਕਾਬੂ ਕਰ ਸਕੀਏ, ਤਾਂ ਕਿ ਜਦੋਂ ਵੱਧ ਜਾਂਦਾ ਹੈਗਾ ਤਾਂ ਫਿਰ ਸਾਡੀ ਫਸਲ ਦਾ ਨੁਕਸਾਨ ਹੋ ਸਕਦਾ ਹੈਗਾ।
ਇੱਕ ਜਿਹੜਾ ਅਹਿਮ ਹੋਰ ਕੀੜਾ ਜਿਹੜਾ ਪਿਛਲੇ 2-3 ਸਾਲਾਂ 'ਚ ਦਿਖਾਈ ਦਿੱਤਾ ਉਹਨਾਂ 'ਚੋਂ ਹੈਗੀ ਗੁਲਾਬੀ ਸੁੰਡੀ। ਸੋ ਉਹਨਾਂ 'ਚੋਂ ਗੁਲਾਬੀ ਸੁੰਡੀ ਆਪਾਂ ਜਾਣਦੇ ਹੈਗੇ ਵੀ ਸੁੰਡੀ ਸਾਡੀ ਫਸਲ ਦਾ ਨੁਕਸਾਨ ਕਰਦੀ ਹੈ। ਇੱਕ ਕਿਸਾਨ ਵੀਰੋ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਹੈਗੀ। ਗੁਲਾਬੀ ਸੁੰਡੀ ਜਿਹੜੀ ਨਰਮੇ ਦੇ ਉੱਤੇ ਆਉਂਦੀ ਹੈਗੀ ਹੈ, ਇਹ ਕਣਕ ਜਾਂ ਝੋਨੇ ਤੇ ਨਹੀਂ ਆਉਂਦੀ ਹੈਗੀ। ਜਿਹੜੀ ਕਣਕ ਤੇ ਝੋਨੇ ਤੇ ਗੁਲਾਬੀ ਸੁੰਡੀ ਆਉਂਦੀ ਹੈ ਉਹ ਸਾਡੀ ਨਰਮੇ ਦੇ ਫਸਲ ਤੇ ਨਹੀਂ ਆਉਂਦੀ। ਸਾਨੂੰ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਹੈਗਾ। ਸੋ ਗੁਲਾਬੀ ਸੁੰਡੀ ਆਪਾਂ ਜਾਣਦੇ ਹਾਂ ਵੀ ਉਹਦੇ 'ਚ ਸ਼ੁਰੂ ਦੇ 'ਚ ਭੰਬੀਰੀ ਵਰਗੇ ਫੁੱਲ ਬਣਦੇ, ਜਿਹਨੂੰ ਗੁਲਾਬਨੁਮਾ ਫੁੱਲ ਕਹਿੰਦੇ ਆਪਾਂ। ਇੱਕ ਤਾਂ ਉਹ ਨਿਸ਼ਾਨੀ ਹੁੰਦੀ ਹੈ। ਤਕਰੀਬਨ ਜਦੋਂ 40-50 ਦਿਨ ਦੀ ਕਰੌਪ ਹੋ ਜਾਂਦੀ ਉਦੋਂ ਫੁੱਲ ਲੱਗਣੇ ਸ਼ੁਰੂ ਹੁੰਦੇ ਨੇ। ਸੋ ਉਸ ਸਮੇਂ ਦੇ ਉੱਤੇ ਫਸਲ ਦਾ ਸਾਡਾ ਨੁਕਸਾਨ ਕਰ ਸਕਦੀ ਹੈ। ਸ਼ੁਰੂਆਤੀ ਫੁੱਲ ਸਾਡੇ ਕੋਈ ਜ਼ਿਆਦਾ ਕਾਮਯਾਬ ਨਹੀਂ ਹੁੰਦੇ ਹੈਗੇ ਕਿਉਂਕਿ ਮੁੜ ਕੇ ਬਰਸਾਤ ਪੈਂਦੀ ਆ ਤਾਂ ਟਿੰਡੇ ਗਲ ਜਾਂਦੇ ਨੇ। ਸੋ ਉਹਦੇ ਵਾਸਤੇ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈਗੀ ਹੈ। ਜਾਂ ਦੂਜੇ ਨੇ ਕਿ ਵੀ ਜਦੋਂ ਭੰਬੀਰੀ ਫੁੱਲ ਸਾਨੂੰ ਦਿਖਾਈ ਦੇਣ ਉਹਦੇ ਅੰਦਰ ਸੁੰਡੀ ਦਿਖਾਈ ਦਿੰਦੀ ਹੈ ਸ਼ੁਰੂ 'ਚ, ਸਵਾ ਮਹੀਨੇ 1.5 ਮਹੀਨੇ ਬਾਅਦ ਫਸਲ ਦੇ ਉੱਤੇ, ਤੇ ਉਹਨਾਂ ਨੂੰ ਆਪਾਂ ਚੁੱਕ ਕੇ ਫੁੱਲਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈਗਾ। ਇਸ ਤੋਂ ਬਾਅਦ ਫਿਰ ਉਹਨੇ ਜਦੋਂ ਟਿੰਡੇ ਲੱਗਣੇ ਨੇ ਉਦੋਂ ਵੀ ਸੁੰਡੀ ਹਮਲਾ ਕਰ ਸਕਦੀ ਹੈ। ਤਾਂ ਉਹਦੇ ਵਾਸਤੇ ਸਾਨੂੰ ਖੇਤ ਦੇ ਵਿਚਕਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ। ਤਕਰੀਬਨ ਜਦੋਂ 70 ਜਾਂ 80 ਦਿਨ ਦੀ ਕਰੌਪ ਹੋ ਜਾਂਦੀ ਹੈਗੀ ਆ, ਜੇ ਸਾਨੂੰ ਹਮਲਾ ਦਿਖਾਈ ਦਿੰਦਾ ਤੇ ਟਿੰਡੇ ਜਿਹੜੇ ਨੇ ਇੱਕ ਖੇਤ 'ਚੋਂ ਅਸੀਂ ਨਾਰਮਲੀ ਤਾਂ ਅਸੀਂ ਕਹਿੰਦੇ 20 ਟਿੰਡੇ ਤੋੜ ਕੇ ਦੇਖਣੇ ਚਾਹੀਦੇ ਨੇ, ਪਰ ਜੇ 20 ਨਹੀਂ ਤੋੜ ਸਕਦੇ ਤਾਂ 10 ਟਿੰਡੇ ਜ਼ਰੂਰ ਸਾਨੂੰ ਤੋੜ ਕੇ ਦੇਖਣੇ ਚਾਹੀਦੇ। ਇੱਕ ਬੂਟੇ ਤੋਂ ਇੱਕ ਟਿੰਡਾ ਤੋੜਨਾ, ਰੈਂਡਮਲੀ ਆਪਾਂ ਖੇਤ ਦੇ ਵਿਚਕਾਰ ਤੋੜ ਲੈਣੇ ਨੇ ਔਰ ਉਹਨਾਂ ਟਿੰਡਿਆਂ ਨੂੰ ਵਿੱਚੋਂ ਤੋੜ ਕੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਵਿੱਚ ਕਾਣੇ ਤੇ ਨਹੀਂ ਹੈਗੇ ਟਿੰਡੇ। ਜੇ ਕਿਤੇ ਕਾਣੇ ਹੈਗੇ, ਸਾਨੂੰ ਇੱਕ ਅੱਧਾ ਟਿੰਡਾ ਹੀ ਮਿਲਦਾ ਕਾਣਾ ਹੈਗਾ, ਸੋ ਸਾਡੇ ਬਾਕੀ ਟਿੰਡੇ ਬਚ ਜਾਣ, ਉਹਦੇ ਵਾਸਤੇ ਸਾਨੂੰ ਸਪਰੇਆਂ ਦੀ ਜਿਹੜੀ ਰੋਕਥਾਮ ਕਰਨੀ ਚਾਹੀਦੀ ਹੈ। ਸਪਰੇਆਂ ਵਾਸਤੇ ਸਾਡੀਆਂ 2-3 ਦਵਾਈਆਂ ਨੇ, ਜਿੱਦਾਂ ਕਿ ਐਮਾਮੈਕਟਨ ਬੈਂਜੋਏਟ ਦੇ ਨਾਂ ਦੇ ਸਾਲਟ ਆਉਂਦਾ, ਉਹ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਪ੍ਰਫੈਨੋਫਾਸ ਦਾ ਸਾਲਟ ਆਉਂਦਾ ਹੈਗਾ, ਇਹ ਤਕਰੀਬਨ ਜਿਹੜਾ ਹੈਗਾ 500 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਂਦਾ ਹੀ ਹੈ। ਇੰਡੋਕਸਾਕਾਰਬ ਜਿਹੜੀ ਆਉਂਦੀ ਹੈ ਸਾਲਟ ਜਿਹੜਾ ਹੈਗਾ, ਇਹ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ। ਸੋ ਇਹਨਾਂ ਦਵਾਈਆਂ ਦੀ ਅਸੀਂ ਅਦਲ ਬਦਲ ਕੇ ਵਰਤੋਂ ਕਰ ਸਕਦੇ ਹੈਗੇ। ਸੋ ਪਹਿਲੇ ਤਕਰੀਬਨ ਸਤੰਬਰ ਤੱਕ, ਜੂਨ ਮਹੀਨਾ, ਜੁਲਾਈ ਜਾਂ ਅਗਸਤ, ਇਹਦੇ ਦੌਰਾਨ ਗੁਲਾਬੀ ਸੁੰਡੀ ਦਿੱਦੀ, ਜਿਹੜੀਆਂ ਮੈਂ ਤਿੰਨ ਦਵਾਈਆਂ ਦੱਸੀਆਂ ਨੇ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਵਰਤਣਾ ਹੈਗਾ। ਜੇ ਉਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਆਉਂਦਾ ਹੈਗਾ ਤਾਂ ਫਿਰ ਆਪਾਂ ਸਿੰਥੈਟਿਕ ਦਵਾਈਆਂ ਨੇ, ਜਿੱਦਾਂ ਕਿ ਸਾਈਪਰਮੈਥਰਿਨ ਹੈਗੀ ਹੈ, ਫੈਨਵਲਰੇਟ ਹੈਗੀ ਹੈ, ਡੈਲਟਾ ਮੈਥਰਿਨ ਹੈ, ਸੋ ਉਹਦੀ ਆਪੇ ਵਰਤੋਂ ਕਰ ਸਕਦੇ, ਕਿਉਂਕਿ ਉਦੋਂ ਫਿਰ ਸਾਨੂੰ ਚਿੱਟੀ ਮੱਖੀ ਦਾ ਡਰ ਨਹੀਂ ਰਹਿੰਦਾ ਹੈਗਾ। ਸੋ ਕਿਸਾਨ ਵੀਰੋ, ਇੱਕ ਹੋਰ ਹੈਗੀ ਹੈ ਜਿਹੜੀ ਪ੍ਰਚਲਿਤ ਵਿਧੀ ਹੈਗੀ, ਜਿਹਨੂੰ ਅਸੀਂ ਕਹਿੰਦੇ ਵੀ ਪ੍ਰਜਨਨ ਕਿਰਿਆ ਰੋਕ ਕੇ ਹੈਗੀ ਹੈ। ਇੱਕ ਨਵੀਂ ਸਿਫਾਰਿਸ਼ ਕੀਤੀ ਹੈਗੀ ਹੈ, ਜਿਹਦੇ 'ਚ ਨਰ ਤੇ ਮਾਦਾ ਦਾ ਆਪਸ ਦੇ ਵਿੱਚ ਸੰਭੋਗ ਅਸੀਂ ਰੋਕ ਦਿੰਦੇ ਹਾਂ। ਉਹਦੇ 'ਚ ਨੈਟਮੇਡ ਜਾਂ ਕ੍ਰੈਮਡ ਨਾਂ ਦੇ ਉੱਤੇ ਇੱਕ ਮਾਰਕੀਟ ਦੇ ਵਿੱਚ ਇੱਕ ਨਵਾਂ ਬ੍ਰਾਂਡ ਆਇਆ ਹੈਗਾ। ਉਹਦੇ 'ਚ ਕੀ ਹੁੰਦਾ ਵੀ ਨਰ ਤੇ ਮਾਦਾ ਦਾ ਆਪਸ 'ਚ ਮਿਲਾਪ ਨਾ ਹੋਵੇ, ਉਹਦੇ ਵਾਸਤੇ ਇੱਕ ਟੈਕਨੋਲੋਜੀ, ਇੱਕ ਟਿਊਬ ਟਾਈਪ ਟੈਕਨੋਲੋਜੀ ਦਿੱਤੀ ਹੈਗੀ ਹੈ। ਉਸ ਨੂੰ ਆਪਾਂ ਪੇਸਟ ਜਿਹੜੀ ਹੈਗੀ ਹੈ, ਉਹ ਤਕਰੀਬਨ ਆਪਾਂ ਜਦੋਂ 40-50 ਦਿਨ ਦੀ ਕਰੌਪ ਹੈਗੀ ਹੈ ਉਦੋਂ ਇੱਕ ਵਾਰੀ ਲਾਉਣੀ ਹੈਗੀ ਹੈ ਟਿਊਬ ਜਿਹੜੀ ਹੈਗੀ ਹੈ, ਔਰ ਦੂਸਰੀ ਵਾਰੀ ਜਿਹੜੀ ਹੈਗੀ ਹੈ ਜਦੋਂ ਤਕਰੀਬਨ ਉਸ ਤੋਂ ਮਹੀਨੇ ਬਾਅਦ 70 ਤੋਂ 80 ਦਿਨ ਦੀ ਕਰੌਪ ਹੋ ਗਈ ਉਦੋਂ ਦੂਜੀ ਐਪਲੀਕੇਸ਼ਨ ਹੋਣੀ ਆ, ਔਰ ਜਦੋਂ 100 ਤੋਂ 110 ਦਿਨ ਦੀ ਹੋ ਗਈ ਤੇ ਤੀਜੀ ਐਪਲੀਕੇਸ਼ਨ ਹੋਣੀ ਆ। ਉਹ ਟਿਊਬ ਜਿਹੜੀ ਤਕਰੀਬਨ ਅਸੀਂ 400 ਜਾਂ ਬੂਟਿਆਂ ਦੇ ਉੱਤੇ ਲਾਉਣੀ, ਇੱਕ ਏਕੜ ਦੇ ਵਿਚਕਾਰ ਆਪਾਂ 3 ਕਦਮ ਛੱਡ ਕੇ ਆਪਾਂ ਉਹਦੇ 'ਚ ਲਾਉਂਦੇ ਜਾਣਾ ਹੈਗਾ। ਸੋ ਉਹਦੇ ਵਿਚਕਾਰ ਸਾਨੂੰ ਇਹ ਟਿਊਬ ਜਿਹੜੀ ਹੈਗੀ ਤਕਰੀਬਨ ਅਸੀਂ ਇੱਕ ਏਕੜ 'ਚ 400 ਬੂਟਿਆਂ ਦੇ ਉੱਤੇ ਲਾਉਣੀ ਆ। ਔਰ ਇਸ ਟਿਊਬ ਦੇ ਨਾਲ ਕੀ ਹੁੰਦਾ ਹੈਗਾ ਵੀ ਸ਼ੁਰੂ ਦੇ ਵਿਚਕਾਰ ਆਪਾਂ ਜਦੋਂ ਲਾ ਦਿੰਦੇ ਹੈਗੇ ਤੇ ਨਰ ਤੇ ਮਾਦਾ ਦਾ ਆਪਸ 'ਚ ਮਿਲਾਪ ਨਹੀਂ ਹੁੰਦਾ ਹੈਗਾ। ਔਰ ਇੱਕ ਨਵੀਂ ਟੈਕਨੀਕ ਆਈ ਹੈ ਜਿਹਦੇ ਕਰਕੇ ਗਾਂ ਜਿਹੜੀ ਮਾਦਾ ਜਿਹੜੀ ਹੈਗੀ, ਕਿਉਂਕਿ ਇਹਦੇ 'ਚ ਨਰ ਤੇ ਮਾਦਾ ਦਾ ਦੋਨਾਂ ਦਾ ਮਿਲਾਪ ਹੋਣਾ ਜ਼ਰੂਰੀ, ਤਾਂ ਹੀ ਉਹਨੇ ਜਿਹੜੇ ਆਂਡੇ ਦੇਣੇ ਨੇ ਉਹਦੇ 'ਚੋਂ ਸੁੰਡੀ ਨਿਕਲਣੀ ਹੈਗੀ ਹੈ। ਤਾਂ ਅਸੀਂ ਚਾਹੁੰਦੇ ਵੀ ਨਰ ਦਾ ਆਪਸ ਦੇ ਵਿੱਚ ਮਿਲਾਪ ਮਾਦਾ ਨਾਲ ਨਾ ਹੋਵੇ। ਸੋ ਇੱਕ ਨਵੀਂ ਟੈਕਨੋਲੋਜੀ ਹੈਗੀ ਹੈ, ਇਹਨੂੰ ਕੋਸ਼ਿਸ਼ ਕਰਨਾ ਚਾਹੀਦਾ ਵੀ ਸਮੇਂ ਸਿਰ ਲਗਾਉਣਾ, ਔਰ ਵੱਡੇ ਪੱਧਰ ਤੇ ਜੇ ਲਗਾਉਂਦੇ ਜੇ ਤੁਸੀਂ ਤਾਂ ਫਿਰ ਉਹਦੇ 'ਚ ਵਧੀਆ ਕਾਮਯਾਬੀ ਨਾਲ ਅਸੀਂ ਰੋਕ ਸਕਦੇ ਹੈਗੇ ਆ। ਸੋ ਮੈਂ ਐਂਡ ਦੇ ਉੱਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਫਿਰ ਇੱਕ ਗੱਲ ਪਰਜੋਰ ਅਪੀਲ ਕਰਨਾ ਚਾਹੁੰਦਾ ਹੈਗਾ, ਕੋਈ ਵੀ ਆਪਾਂ ਨੂੰ ਕੀੜਾ ਮਕੌੜਾ ਲੱਗਦਾ ਹੈਗਾ ਜਾਂ ਦੂਜੇ ਨੂੰ, ਉਹਦੇ ਵਾਸਤੇ ਖੇਤਾਂ ਦਾ ਆਪਾਂ ਲਗਾਤਾਰ ਸਰਵੇਖਣ ਕਰਦੇ ਰਹੀਏ। ਸਰਵੇਖਣ ਦੇ ਆਧਾਰ ਦੇ ਉੱਤੇ ਸਾਨੂੰ ਜਦੋਂ ਵੀ ਲੱਗਦਾ ਹੈ ਕਿ ਚਿੱਟਾ ਮੱਛਰ ਆ, ਪੂਰੀ ਜੂਆ, ਹਰਾ ਤੇਲਾ, ਗੁਲਾਬੀ ਸੁੰਡੀ ਆ, ਜਦੋਂ ਅਸੀਂ ਸ਼ੁਰੂਆਤੀ ਅਵਸਥਾ 'ਚ ਉਹਨੂੰ ਫੜ ਲੈਂਦੇ ਆ, ਡਿਟੈਕਟ ਕਰ ਲੈਂਦੇ ਹੈਗੇ ਆ, ਤਾਂ ਸਪਰੇਅ ਦੇ ਨਾਲ ਹੀ ਰਿਜ਼ਲਟ ਜਿਹੜੇ ਨੇ ਉਹ ਜ਼ਿਆਦਾ ਵਧੀਆ ਆ ਜਾਂਦੇ ਨੇ। ਜੇ ਲੇਟ ਸਟੇਜ ਹੁੰਦੀ ਹੈਗੀ ਆ ਤਾਂ ਸਾਨੂੰ ਫਸਲ ਦਾ ਜਿਹੜਾ ਨੁਕਸਾਨ ਉਠਾਉਣਾ ਪੈ ਸਕਦਾ ਹੈਗਾ। ਸੋ ਮੈਂ ਇਸ ਕਰਕੇ ਜ਼ਰੂਰ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ। ਜਿੰਨੀਆਂ ਵੀ ਆਪਾਂ ਗੱਲਾਂ ਦੱਸੀਆਂ ਨੇ, ਜੇ ਇਹਨਾਂ ਨੂੰ ਆਪਾਂ ਸਮੇਂ ਰਹਿੰਦੇ ਅਪਣਾਵਾਂਗੇ ਜਾਂ ਦੂਜੇ ਨੂੰ, ਤਾਂ ਜ਼ਰੂਰ ਅਸੀਂ ਬੜੀ ਕਾਮਯਾਬੀ ਨਾਲ ਇਹਨਾਂ ਕੀੜਾ ਮਕੌੜਿਆਂ ਦੀ ਰੋਕਥਾਮ ਕਰ ਸਕਾਂਗੇ। ਇਹ ਗੱਲ ਦਰੁਸਤ ਹੈ ਕਿ ਕਪਾਹ ਨਰਮੇ ਤੇ ਹਾਨੀਕਾਰ ਕੀੜਿਆਂ ਦੀ ਜਿਸ ਕਿਸਾਨ ਨੇ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਵੇਲੇ ਸਿਰ ਸਹੀ ਜ਼ਹਿਰ ਦਾ ਇਸਤੇਮਾਲ ਕਰਦੇ ਹੋਏ ਰੋਕਥਾਮ ਕਰ ਲਈ, ਉਸ ਕਿਸਾਨ ਦੀ ਨਰਮੇ ਦੀ ਫਸਲ ਚਿੱਟੇ ਸੋਨੇ ਦੇ ਰੂਪ ਵਿੱਚ ਲਹਿਲਾਉਂਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਖੇਤੀਬਾੜੀ ਮਾਹਿਰਾਂ ਨਾਲ ਰੈਗੂਲਰ ਤੌਰ ਤੇ ਜੁੜੇ ਰਹੀਏ ਅਤੇ ਆਪਣੇ ਨਰਮੇ ਦੇ ਖੇਤਾਂ ਦਾ ਰੈਗੂਲਰ ਤੌਰ ਤੇ ਨਿਰੀਖਣ ਅਤੇ ਸਰਵੇਖਣ ਕਰਦੇ ਰਹੀਏ। ਇਸ ਮਕਸਦ ਲਈ ਜਿੰਨਾ ਸੰਭਵ ਹੋ ਸਕੇ ਪਿੰਡ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਆਪਣੀ ਆਰਥਿਕਤਾ ਦੀ ਮਜ਼ਬੂਤੀ ਲਈ ਇਸ ਮਹੱਤਵਪੂਰਨ ਫਸਲ ਨੂੰ ਕਾਮਯਾਬ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇਕੱਠੇ ਮਿਲ ਕੇ ਅਸੀਂ ਸਿਫਾਰਿਸ਼ ਕੀਤੇ ਗਏ ਕਾਸ਼ਤਕਾਰੀ ਢੰਗ ਤਰੀਕੇ ਅਪਣਾਉਂਦੇ ਹੋਏ ਫਸਲ ਦਾ ਨਿਰੀਖਣ ਅਤੇ ਸਰਵੇਖਣ ਲਗਾਤਾਰ ਕਰਾਂਗੇ ਤਾਂ ਯਕੀਨ ਮੰਨੋ ਫਸਲ ਤੋਂ ਚੋਖਾ ਤੇ ਕੁਆਲਿਟੀ ਦਾ ਝਾੜ ਪ੍ਰਾਪਤ ਕਰਦੇ ਹੋਏ
ਆਪਣੀ ਅਤੇ ਆਪਣੇ ਸੂਬੇ ਅਤੇ ਦੇਸ਼ ਦੀ ਖੁਸ਼ਹਾਲੀ ਵਿੱਚ ਅਸੀਂ ਭਰਪੂਰ ਯੋਗਦਾਨ ਪਾ ਸਕਾਂਗੇ। मधु क्रांति, एक नए युग का आगाज। मधु क्रांति विकास के नए रास्ते खोल रही है, मधुमक्खी पालकों के जीवन स्तर को बेहतर बना रही है, साथ ही पूरी दुनिया में शहद के क्षेत्र में भारत को एक नई पहचान दिला रही है। भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है। माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए हैं। किसान तरक्की की राह पर आगे बढ़ रहे हैं। अगर कोई सक्सेस स्टोरी मीठी मुस्कान भी बिखेरे और स्वाद में भी मिठास भरे, तब तो आप इसे जरूर सोने पर सुहागा कहेंगे। हमारे किसान इन दिनों शहद के उत्पादन में ऐसा ही कमाल कर रहे हैं। शहद की मिठास हमारे किसानों का जीवन भी बदल रही है, उनकी आय भी बढ़ा रही है। मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूं तो भारत में लंबे समय से लोग मधुमक्खी पालन का काम पारंपरिक तरीकों से करते आ रहे हैं, लेकिन आज के समय में इस क्षेत्र में अपार संभावनाएं भी हैं और जरूरत भी है। मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस। इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई। उद्देश्य स्पष्ट था, मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना। मधुमक्खी पालन से मिलने वाले उत्पाद जैसे शहद, बी वैक्स, रॉयल जेली और पॉलन आदि कई क्षेत्रों में प्रयोग किए जाते हैं। माननीय प्रधानमंत्री जी के प्रोत्साहन से और कृषि मंत्री जी के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है। न केवल ये देश के किसानों के लिए आय बढ़ाने का एक साधन बना है, बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है। 2013-14 से 2021-22 तक शहद का उत्पादन 76,000 मीट्रिक टन से बढ़कर 2021-22 में 1,33,000 मीट्रिक टन से अधिक हुआ। शहद का निर्यात 28,000 मीट्रिक टन से बढ़कर 74,000 मीट्रिक टन से अधिक हुआ। 3 विश्व स्तरीय अत्याधुनिक टेस्टिंग लैब और 31 मिनी शहद टेस्टिंग लैब स्थापित हुई। राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे, कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया, 2 बॉक्स से शुरू किया और आज हमारे पास लगभग 4,200 बी बॉक्सेस हैं। लगभग 17 तरह के हनी हम लोग प्रोड्यूस करते हैं, जो डिफरेंट एरियाज़ में बी को माइग्रेट करके प्राप्त होते हैं। इसके अलावा जितने बी बॉक्सेस मैन्युफैक्चरिंग यूनिट है हमारे पास, वैक्सीट मैन्युफैक्चरिंग यूनिट है, 20 मीट्रिक टन पर डे का हनी प्रोसेसिंग प्लांट है। आज हमारा जो उत्पादन है वो 1 लाख केजी लगभग एनुअली हम लोग प्रोड्यूस करते हैं। यमुनानगर के सुभाष काम्बोज मधुमक्खी पालन के अपने काम के चलते आज देश भर में जाने जा रहे हैं। सुभाष जी ने वैज्ञानिक तरीके से मधुमक्खी पालन का प्रशिक्षण लिया। इसके बाद उन्होंने केवल 6 बॉक्स के साथ अपना काम शुरू किया था। मैंने सिर्फ अपने पोलिनेशन के लिए और शहद खाने के पर्पज से ये बॉक्स रखे थे। जब मैंने देखा कि मधुमक्खियां भी बढ़ रही हैं और हमें शहद भी मिल रहा है, तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ। ज्यादा से ज्यादा लोग इस मिशन का हिस्सा बन रहे हैं। इतना ही नहीं, ये मिशन नारी शक्ति को और अधिक सशक्त बनाने में भी बड़ा योगदान दे रहा है। अभी तक महिलाओं के 164 स्वयं सहायता समूहों को इससे जोड़ा जा चुका है। इसी तरह मधु क्रांति पोर्टल पर अभी तक लगभग 13,000 से अधिक मधुमक्खी पालक और 21 लाख मधुमक्खियों की कॉलोनीज रजिस्टर हो चुकी हैं। आज भारत प्राकृतिक शहद का 6ठा सबसे बड़ा निर्यातक है। भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है। मधु क्रांति
आय और रोजगार के अवसर बढ़ाए।